ਜ਼ਿੰਦਗੀ ਕਦੇ ਕਿਸੇ ਦੀ ਆਸਾਨ ਨਹੀਂ ਜੇ ਹੁੰਦੀ। ਅਸਲ ਵਿੱਚ ਇਸ ਨੂੰ ਸਮਝਣਾ ਪੈਂਦਾ ਹੈ ਤੇ ਸਹੀ ਢੰਗ ਨਾਲ ਸਮਝ ਕੇ ਇਸ ਨੂੰ ਆਸਾਨ ਬਣਾਉਣਾ ਪੈਂਦਾ ਹੈ। ਦੇਖੋ, ਇਹ ਇੰਜ ਸੰਭਵ ਹੈ। ਜ਼ਿੰਦਗੀ ਵਿੱਚ ਕੁਝ ਹਿੱਸੇ ਨਜ਼ਰਅੰਦਾਜ਼ ਕਰਨੇ ਪੈਣਗੇ ਤੇ ਸ਼ਾਇਦ ਕੁਝ ਬਰਦਾਸ਼ਤ ਵੀ ਕਰਨੇ ਪੈਣਗੇ। ਨਾਲੇ ਬਹੁਤੀ ਤਾਂ ਮਿਹਨਤ ਵੀ ਕਰਨੀ ਪਵੇਗੀ ਤੇ ਮਿਹਨਤ ਤੋਂ ਇਲਾਵਾ ਸਹੀ ਸਮੇਂ ਸਹੀ ਫੈਸਲਾ ਲੈਣ ਦੀ ਹਿੰਮਤ ਵੀ ਜੁਟਾਉਣੀ ਪਵੇਗੀ ਤੇ ਫਿਰ ਜਾ ਕੇ ਕਦੇ ਸ਼ਾਇਦ ਮਹਿਸੂਸ ਹੋਵੇਗਾ ਕਿ ਗੱਲ ਆਸਾਨ ਜਾਂ ਮੁਸ਼ਕਿਲ ਦੀ ਤਾਂ ਹੈ ਹੀ ਨਹੀਂ ਸੀ। ਅਸਲ ਵਿੱਚ ਇੱਕ ਖੇਡ ਸੀ, ਇੱਕ ਰੋਮਾਂਚਕ ਖੇਡ। ਕਦੇ ਕਦੇ ਜਿੱਤ ਜਾਂਦੇ ਸਾਂ ਤਾਂ ਸੌਖੀ ਲੱਗਦੀ ਸੀ, ਪਰ ਬਹੁਤੀਆਂ ਹਾਰਾਂ ਸੀ ਜਿਸ ਕਰਕੇ ਬੜੀ ਔਖੀ ਲੱਗਦੀ ਸੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਂਝ ਕਨਸੈਪਟ ਕਲਾਸਿਸ 2.0। ਅੱਜ ਆਪਾਂ ਕਾਫੀ ਦੇਰ ਬਾਅਦ ਵੀਡੀਓ ਬਣਾ ਰਹੇ ਹਾਂ। ਚਲੋ ਕੋਈ ਗੱਲ ਨਹੀਂ, ਬਹੁਤ ਜ਼ਿਆਦਾ ਬਿਜ਼ੀ ਹੋਣਾ ਤੁਸੀਂ ਸੋਚ ਨਹੀਂ ਸਕਦੇ। ਤੇ ਕੰਮ ਦੀ ਗੱਲ, +2 ਦੀ ਅਕਾਊਂਟੈਂਸੀ ਸ਼ੁਰੂ ਕਰਨ ਲੱਗਿਆ ਕਾਫੀ ਰਿਕੁਐਸਟ ਆ ਰਹੀ ਸੀ ਕਿਸੇ ਵੱਲੋਂ ਤੇ ਮੈਂ ਸੋਚਿਆ ਵੀ ਸ਼ੁਰੂ ਕਰ ਦਈਏ। 12ਵੀਂ ਕਲਾਸ ਪਹਿਲਾ ਚੈਪਟਰ ਦਾ ਨਾਮ ਤੁਸੀਂ ਉੱਪਰ ਪੜ੍ਹ ਲਓ, NPO ਹੈ, ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਖਾਸ ਗੱਲਾਂ ਕੀ ਨੇ, ਪਹਿਲਾਂ ਥੋੜ੍ਹਾ ਜਿਹਾ ਬੇਸਿਕ ਬਾਰੇ ਆਪਾਂ ਗੱਲ ਕਰੀਏ, ਫਿਰ ਤੁਹਾਨੂੰ ਸਮਝਾ ਦਿੰਦੇ ਹਾਂ। ਸਭ ਤੋਂ ਸੌਖਾ ਚੈਪਟਰ ਹੈ, ਸਰਪ੍ਰਾਈਜ਼ ਨਹੀਂ ਹੋਣਾ ਬਟ ਸੱਚੀ ਮੁੱਚੀ ਕਹਿ ਰਿਹਾ, ਸਭ ਤੋਂ ਸੌਖਾ ਚੈਪਟਰ ਹੈ। ਕਈ ਬੱਚਿਆਂ ਨੂੰ ਔਖਾ ਲੱਗਦਾ ਹੈ, ਪਤਾ ਨਹੀਂ ਕੀ ਕਾਰਨ ਨੇ, ਕਾਰਨ ਬਹੁਤ ਸਾਰੇ ਹੋ ਸਕਦੇ ਨੇ, ਬਟ ਮੈਂ ਕਹਿ ਰਿਹਾ ਬਹੁਤ ਸੌਖਾ ਚੈਪਟਰ ਹੈ। ਕੁਝ ਗੱਲਾਂ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦੇਵਾਂ। ਅਕਾਊਂਟਿੰਗ ਦੇ ਵਿੱਚ ਜਿਹੜੀ ਪ੍ਰੋਸੈਸ ਹੈ ਅਕਾਊਂਟਿੰਗ ਦੀ, ਜੋ ਆਪਾਂ ਨੋਰਮਲੀ +1 ਤੋਂ ਦੇਖਦੇ ਆਏ ਹਾਂ, ਆਪਾਂ ਨੇ ਕੀ ਸਿੱਖਿਆ ਕਿ ਪਹਿਲਾਂ ਸੋਰਸ ਡਾਕੂਮੈਂਟ ਬਣਦਾ ਤੇ ਵਾਊਚਰਸ ਬਣਦੇ ਨੇ, ਠੀਕ ਹੈ। ਫਿਰ ਉਸ ਤੋਂ ਬਾਅਦ ਜਰਨਲ ਬਣਦੀ ਹੈ, ਲੈਜਰ ਬਣਦੀ ਹੈ ਤੇ ਜਰਨਲ ਦੇ ਨਾਲ ਹੋਰ ਸਬਸਿਡਰੀ ਬੁੱਕਸ ਬਣਦੀਆਂ ਨੇ, ਕੈਸ਼ ਬੁੱਕ ਹੋ ਗਿਆ, ਸੇਲਸ ਬੁੱਕ, ਪਰਚੇਜ਼ ਬੁੱਕ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟਰਾਇਲ ਬੈਲੈਂਸ ਦੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਨੇ ਮੇਨ ਨੇ ਆਪਣੇ ਟ੍ਰੇਡਿੰਗ ਅਕਾਊਂਟ, ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਭਾਵੇਂ ਲਿਖ ਲਓ, ਕਈ ਇਕੱਠਾ ਲਿਖ ਦਿੰਦੇ ਨੇ, ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲੋਸ ਅਕਾਊਂਟ। ਤੇ ਉਸ ਤੋਂ ਬਾਅਦ ਬਣਦੀ ਹੈ ਬੈਲੈਂਸ ਸ਼ੀਟ। ਨੋਰਮਲੀ ਇਹ ਅਕਾਊਂਟਿੰਗ ਪ੍ਰੋਸੈਸ ਆਪਾਂ ਪਿਛਲੇ ਸਾਲ ਦੇਖਿਆ ਸੀਗਾ। ਇੱਕ ਗੱਲਾਂ ਮੈਂ ਕੁਛ ਤੁਹਾਨੂੰ ਮੈਂ ਪਿਆਰ ਨਾਲ ਦੱਸ ਦੇਵਾਂ। +1 ਦੇ ਵਿੱਚ ਤੁਸੀਂ ਬੇਸਿਕ ਅਕਾਊਂਟਿੰਗ ਦੇਖੀ ਹੈ, ਜਿਹਦੇ ਵਿੱਚ ਤੁਸੀਂ ਦੇਖਿਆ ਸੋਲ ਪ੍ਰੋਪਰਾਈਟਰਸ਼ਿਪ ਨੂੰ। ਇੱਕ ਇਕੱਲਾ ਬੰਦਾ ਜਦੋਂ ਬਿਜ਼ਨਸ ਵਿੱਚ ਚਲਾਉਂਦਾ ਆਪਦਾ, ਤੇ ਉਹ ਅਕਾਊਂਟਿੰਗ ਦੇ ਬੁੱਕਸ ਕਿਵੇਂ ਤਿਆਰ ਕਰਦਾ, ਤੁਸੀਂ ਇਹ ਸਿੱਖਿਆ ਬੇਸਿਕਲੀ। ਖਾਸ ਗੱਲ ਇਹ ਹੈ ਕਿ ਇਸ ਵਾਰੀ ਸੋਲ ਪ੍ਰੋਪਰਾਈਟਰਸ਼ਿਪ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕੀਤਾ ਗਿਆ, ਕਿਉਂਕਿ +1 ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਸੋਲ ਪ੍ਰੋਪਰਾਈਟਰਸ਼ਿਪ ਸਿੱਖ ਲਈ ਹੈ ਕਿ ਇੱਕ ਇਕੱਲਾ ਬੰਦਾ ਬਿਜ਼ਨਸ ਕਰਨ ਵਾਲਾ ਉਹ ਆਪਣਾ ਅਕਾਊਂਟੈਂਸੀ ਦਾ ਕੰਮ, ਅਕਾਊਂਟਿੰਗ ਪ੍ਰੋਸੈਸ ਕਿਵੇਂ ਹੈਂਡਲ ਕਰੇਗਾ, ਤੁਸੀਂ ਆਲਰੇਡੀ ਸਿੱਖ ਲਿਆ। ਇਸ ਵਾਰੀ ਸੋਲ ਪ੍ਰੋਪਰਾਈਟਰ ਤੋਂ ਇਲਾਵਾ ਪਿਛਲੇ ਸਾਲ ਦੀ ਬਿਜ਼ਨਸ ਸਟੱਡੀ ਯਾਦ ਹੈ ਨਾ, ਦੂਜਾ ਚੈਪਟਰ ਹੁੰਦਾ ਸੀ ਮੈਨੂੰ ਲੱਗਦਾ, ਫਾਰਮਸ ਆਫ ਬਿਜ਼ਨਸ ਆਰਗੇਨਾਈਜੇਸ਼ਨ, ਜਿਹਦੇ ਵਿੱਚ ਤੁਸੀਂ ਸਿੱਖਿਆ ਸੀ ਕਿ ਬਿਜ਼ਨਸ ਸਿਰਫ ਇਕੱਲਾ ਬੰਦਾ ਹੀ ਨਹੀਂ ਕਰਦਾ, ਕੁਝ ਬੰਦੇ ਮਿਲ ਕੇ ਵੀ ਕਰ ਸਕਦੇ ਨੇ। ਕਿਤੇ ਕਿਤੇ HUF ਵਰਗੀ ਗੱਲਾਂ ਆ ਜਾਂਦੀਆਂ ਨੇ, ਸੁਸਾਇਟੀਜ਼ ਬਣ ਜਾਂਦੀਆਂ ਨੇ, ਕੋਆਪਰੇਟਿਵ ਸੁਸਾਇਟੀਜ਼, ਕਿਤੇ ਕਿਤੇ ਪਾਰਟਨਰਸ਼ਿਪ, ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ, ਕੰਪਨੀ ਵੀ ਹੋ ਸਕਦੀ ਹੈ। ਤਾਂ ਮੁੱਕਦੀ ਗੱਲ, +2 ਦੇ ਵਿੱਚ ਤੁਹਾਨੂੰ ਇੱਕ ਤਾਂ ਪਾਰਟਨਰਸ਼ਿਪ, ਇਹਦੀ ਅਕਾਊਂਟਿੰਗ ਸਿਖਾਵਾਂਗੇ। ਜਦੋਂ ਆਪਾਂ 3 4 5 ਬੰਦੇ ਮਿਲ ਕੇ ਕੰਮ ਕਰ ਰਹੇ ਹਾਂ, 2 ਵੀ ਹੋ ਸਕਦੇ ਨੇ, 2 ਜਾਂ 2 ਤੋਂ ਜ਼ਿਆਦਾ, ਠੀਕ ਹੈ। ਜਾਂ ਕੰਪਨੀ ਦੇ ਅਕਾਊਂਟਸ, ਉਹ ਸਿਖਾਵਾਂਗੇ ਆਪਾਂ। ਇਸ ਤੋਂ ਇਲਾਵਾ ਇੱਕ ਹੋਰ ਵੀ ਛੋਟੀ ਜਿਹੀ ਪਿਆਰੀ ਜਿਹੀ ਚੀਜ਼ ਹੈ, NPO, ਇਹਦੇ ਬਾਰੇ ਵੀ ਸਿਖਾਵਾਂਗੇ ਆਪਾਂ, ਠੀਕ ਹੈ। ਪਾਰਟਨਰਸ਼ਿਪ ਪਤਾ ਹੈ ਕੀ ਹੁੰਦੀ ਹੈ, ਸਭ ਨੂੰ ਪਤਾ ਹੈ, ਆਪਾਂ ਮਿਲ ਕੇ ਕੰਮ ਕਰਦੇ ਹਾਂ। ਕੰਪਨੀ ਬਾਰੇ ਵੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਕੰਪਨੀਜ਼ ਵੱਡੇ ਲੈਵਲ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ ਬਹੁਤ ਜ਼ਿਆਦਾ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ ਤੇ ਵੱਡੇ ਲਾਰਜ ਲੈਵਲ 'ਤੇ ਬਿਜ਼ਨਸ ਕਰਨਾ ਤੁਸੀਂ, ਤਾਂ ਤੁਸੀਂ ਕੰਪਨੀ ਵਾਲਾ ਆਪਸ਼ਨ ਚੂਜ਼ ਕਰਦੇ ਹੋ।
ਜਿਵੇਂ ਰਿਲਾਇੰਸ ਕੰਪਨੀ ਹੈ, ਸੈਮਸੰਗ ਕੰਪਨੀ ਹੈ, LG ਵੀ ਕੰਪਨੀ ਹੈ, ਐਪਲ ਵਾਲੀ ਵੀ ਕੰਪਨੀ ਹੈ, ਮਾਈਕਰੋਸੋਫਟ ਵਾਲੀ ਵੀ ਕੰਪਨੀ ਨੇ। ਇਹ ਸਾਰੀ ਕੰਪਨੀਜ਼ ਹੀ ਨੇ। ਜਦੋਂ ਵੱਡੇ ਲੈਵਲ ਦੇ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਕੰਪਨੀਜ਼ ਦੀ ਗੱਲ ਹੁੰਦੀ ਹੈ। NPO ਕੀ ਹੈ? ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਐਸੀਆਂ ਆਰਗੇਨਾਈਜੇਸ਼ਨਸ ਵੀ ਨੇ ਜਿੱਤੇ ਵਿੱਚ ਉਹ ਕੰਮ ਕਰਦੇ ਨੇ ਬਟ ਪ੍ਰੋਫਿਟ ਕਮਾਉਣ ਵਾਸਤੇ ਕੰਮ ਨਹੀਂ ਕਰਦੇ। ਉਹਨਾਂ ਦਾ ਕੰਮ ਹੁੰਦਾ ਵੈਲਫੇਅਰ, ਸੋਸ਼ਲ ਸਰਵਿਸ, ਟੂ ਸਪਰੈਡ ਹਿਊਮੈਨਿਟੀ, ਕੁਛ ਇਹੋ ਜਿਹੀਆਂ ਗੱਲਾਂ, ਮਤਲਬ ਭਲਾ ਕਰਨ ਵਾਸਤੇ ਲੋਕਾਂ ਦਾ। ਬੇਸਿਕ ਮੇਨ ਮੋਟਿਵ ਹੁੰਦਾ ਸਰਵਿਸ ਪ੍ਰੋਵਾਈਡ ਕਰਨਾ, ਸੇਵਾ ਕਰਨਾ ਹੁੰਦਾ। ਹੁਣ ਉਹ ਸੇਵਾ ਕਰਨ ਵਾਲੇ ਕਲੱਬ ਹੋ ਸਕਦੇ ਨੇ, ਗੁਰਦੁਆਰੇ ਮੰਦਿਰ ਵੀ ਹੋ ਸਕਦੇ ਨੇ, ਕਾਫੀ ਸਾਰੀ ਆਰਗੇਨਾਈਜੇਸ਼ਨਸ ਹੈ, ਸਕੂਲ ਵੀ ਹੋ ਸਕਦੇ ਨੇ ਜੀ, ਠੀਕ ਹੈ। ਤਾਂ ਉਹਨਾਂ ਦੇ ਅਕਾਊਂਟ ਉਹ ਵੀ ਬਣਾਉਣਾ ਸਿੱਖਾਂਗੇ। ਖਾਸ ਗੱਲ ਇਹੀ ਹੈ ਕਿ ਤੁਹਾਡੀ ਪੂਰੀ ਦੀ ਪੂਰੀ ਬੁੱਕ ਜਿਹੜੀ ਹੈ +2 ਦੀ, ਉਹਦੇ ਵਿੱਚ 1 2 3 ਆ 3 ਤਰ੍ਹਾਂ ਦੀ ਆਪਾਂ ਅਕਾਊਂਟਿੰਗ ਸਿੱਖਾਂਗੇ। ਸਭ ਤੋਂ ਪਹਿਲਾ ਚੈਪਟਰ ਇਹਦਾ ਹੈ। ਤੇ +2 ਦੇ ਵਿੱਚ ਅਗਰ ਆਪਾਂ ਰੈਫਰੈਂਸ ਬੁੱਕ ਚੱਕਦੇ ਹਾਂ ਤਾਂ 3 ਬੁੱਕਸ ਕਿਤੇ ਦੇਖਣ ਨੂੰ ਮਿਲਦੀਆਂ ਨੇ। ਮੇਨਲੀ ਤੁਹਾਡੀ ਬੁੱਕ ਦੇ 2 ਪਾਰਟ ਨੇ। ਇੱਕ ਦੇ ਵਿੱਚ ਪਾਰਟਨਰਸ਼ਿਪ ਤੇ NPO ਹੈ, ਦੂਜੇ ਦੇ ਵਿੱਚ ਕੰਪਨੀ ਅਕਾਊਂਟਸ ਨੇ, ਠੀਕ ਹੈ। ਤੇ ਕੰਪਨੀ ਅਕਾਊਂਟਸ ਵਿੱਚ ਬਹੁਤ ਕੁਝ ਸਿੱਖਣ ਵਾਲਾ ਹੈ, ਪਾਰਟਨਰਸ਼ਿਪ ਦੇ ਵਿੱਚ ਵੀ ਕਾਫੀ ਕੁਝ ਹੈ, ਬਟ NPO ਦੇ ਵਿੱਚ ਸਿਰਫ ਇੱਕੋ ਹੀ ਚੈਪਟਰ ਹੈ ਤੇ ਉਹ ਇਨਫ ਹੈ। ਉਹਦੇ ਵਿੱਚ ਤੁਸੀਂ ਬਹੁਤ ਕੁਝ ਸਿੱਖ ਲਓਗੇ ਪਹਿਲੇ ਚੈਪਟਰ ਦੇ ਵਿੱਚ। ਖਾਸ ਗੱਲਾਂ ਕੀ ਨੇ ਜਿਹੜੀ ਮੈਂ ਤੁਹਾਨੂੰ ਸਮਝਾਉਣੀਆਂ ਸੀ। ਦੇਖੋ, ਨੋਰਮਲ ਅਕਾਊਂਟਿੰਗ ਪ੍ਰੋਸੈਸ ਜਿਹੜਾ ਹੈ ਨਾ, ਉਹ ਸਭ ਦਾ ਸੇਮ ਹੁੰਦਾ। ਬੇਸਿਕ ਪ੍ਰੋਸੈਸ ਸਭ ਦਾ ਸੇਮ ਹੁੰਦਾ। ਕਹਿਣ ਦਾ ਭਾਵ ਸੋਰਸ ਡਾਕੂਮੈਂਟ NPO, ਪਾਰਟਨਰਸ਼ਿਪ, ਕੰਪਨੀ ਇਹ ਵੀ ਬਣਾਉਂਦੇ ਨੇ, ਜਰਨਲ ਇਹ ਵੀ ਬਣਾਉਂਦੇ ਨੇ, ਲੈਜਰ ਇਹ ਵੀ ਬਣਾਉਂਦੇ ਨੇ, ਟ੍ਰਾਇਲ ਬੈਲੈਂਸ ਇਹ ਵੀ ਬਣਾਉਂਦੇ ਨੇ। ਫਰਕ ਪੈਂਦਾ ਕਿੱਥੇ? ਫਰਕ ਪੈਂਦਾ ਇੱਥੇ। ਇਹ ਕੁਝ ਸਪੈਸ਼ਲ ਅਕਾਊਂਟ ਹੁੰਦੇ ਸੀ, ਆਪਣੇ ਸਪੈਸ਼ਲ ਹੁੰਦੇ ਸੀ। ਤੁਹਾਨੂੰ ਯਾਦ ਹੋਏਗਾ +1 ਦੇ ਵਿੱਚ ਲਾਸਟ ਦੇ ਵਿੱਚ ਚੈਪਟਰ ਸੀਗੇ ਆਪਣੇ, ਇਹਨਾਂ ਨੂੰ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਜਾਂ ਫਾਈਨਲ ਅਕਾਊਂਟਸ ਬੋਲਦੇ ਸੀਗੇ। ਕਿਉਂਕਿ ਹੁੰਦਾ ਕੀ ਹੈ, ਸਾਰੇ ਸਾਲ ਦੇ ਦੌਰਾਨ ਆਪਾਂ ਇਹਦੇ ਵਿੱਚ ਮੱਥਾ ਖਪਾਈ ਕਰਦੇ ਰਹਿੰਦੇ ਹਾਂ। ਟ੍ਰਾਇਲ ਬੈਲੈਂਸ ਚਲੋ ਸਾਲ ਦੇ ਐਂਡ 'ਚ ਬਣਦਾ, ਗੱਲ ਵੱਖਰੀ ਹੈ, ਬਟ ਸਾਲ ਦੇ ਐਂਡ ਵਿੱਚ ਮੇਨਲੀ ਇੱਕ ਅਕਾਊਂਟ ਜਿਹੜਾ ਆਪਾਂ ਨੂੰ ਪ੍ਰੋਫਿਟ ਦੱਸਦਾ ਜਾਂ ਲੋਸ ਦੱਸਦਾ ਵੀ ਤੁਹਾਡੇ ਹਾਲ ਚਾਲ ਕਿੱਦਾਂ ਨੇ। ਇੱਕ ਚੀਜ਼ ਬੈਲੈਂਸ ਸ਼ੀਟ ਜਿਹੜੀ ਆਪਣੀ ਐਸੀ ਸਟੇਟਮੈਂਟ ਹੈ ਜੋ ਤੁਹਾਨੂੰ ਤੁਹਾਡੀ ਮਤਲਬ ਤੁਹਾਡੇ ਫਰਮ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੱਸਦੀ ਹੈ ਕਿ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ ਆਪਦੀ, ਤੇ ਤੁਸੀਂ ਲੋਕਾਂ ਤੋਂ ਕਿੰਨਾ ਪੈਸਾ ਲੈਣਾ ਹੈ ਤੇ ਕਿੰਨਾ ਉਹਨਾਂ ਨੂੰ ਦੇਣਾ ਹੈ। ਆਹ ਗੱਲਾਂ ਤੁਹਾਨੂੰ ਬੈਲੈਂਸ ਸ਼ੀਟ 'ਚ ਪਤਾ ਲੱਗਦੀਆਂ ਨੇ। ਮੈਂ ਬਸ ਗੱਲ ਇਹ ਦੱਸ ਰਿਹਾ, ਧਿਆਨ ਨਾਲ ਸੁਣਿਓ, ਕਿ ਆਹ ਚੀਜ਼ਾਂ ਤੁਸੀਂ ਆਲਰੇਡੀ ਸਿੱਖ ਚੁੱਕੇ ਹੋ +1 ਦੇ ਵਿੱਚ। ਸੇਮ ਟੂ ਸੇਮ ਪਾਰਟਨਰਸ਼ਿਪ ਕੰਪਨੀ 'ਚ NPO 'ਚ ਹੈਗੀਆਂ ਨੇ। ਤਾਂ ਤੁਹਾਨੂੰ ਅਸੀਂ ਇਹ ਚੀਜ਼ਾਂ ਦੁਬਾਰਾ ਨਹੀਂ ਸਿਖਾਵਾਂਗੇ। ਤੁਹਾਨੂੰ ਸਿਰਫ ਤੇ ਸਿਰਫ ਫਾਈਨਲ ਅਕਾਊਂਟਸ ਬਣਾਉਣੇ ਸਿਖਾਣੇ ਨੇ, ਪਾਰਟਨਰਸ਼ਿਪ ਦੇ, NPO ਦੇ ਤੇ ਕੰਪਨੀ ਦੇ ਫਾਈਨਲ ਅਕਾਊਂਟਸ। ਤੇ ਬੜੀ ਪਿਆਰੇ ਹੋਣਗੇ, ਬੜੇ ਸਪੈਸ਼ਲ ਜਿਹੇ ਹੋਣਗੇ, ਬਸ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਲੱਗੇ ਹਾਂ NPO ਬਾਰੇ। ਤੇ ਦੇਖਿਓ ਜ਼ਰਾ ਕੀ ਹੈ ਇਸ ਦੇ ਵਿੱਚ। NPO ਜਿਵੇਂ ਕਿ ਚੈਪਟਰ ਦਾ ਉੱਪਰ ਨਾਮ ਹੈ ਲਿਖਿਆ, ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ। ਬੇਸਿਕਲੀ ਇਹੀ ਚੀਜ਼ ਹੈ ਕਿ NPO ਦੇ ਵਿੱਚ ਪ੍ਰੋਫਿਟ ਦੀ ਗੱਲ ਨਹੀਂ ਹੁੰਦੀ। ਆਪਾਂ ਮੇਨ ਮੋਟਿਵ ਹੈ ਆਪਣਾ ਸਰਵਿਸ ਕਰਨ ਦਾ, ਕਿ ਆਪਾਂ ਭਾਈ ਸੇਵਾ ਕਰਨੀ ਹੈ ਲੋਕਾਂ ਦੀ। ਠੀਕ ਹੈ, ਕਰ ਲਓ, ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਤੁਹਾਨੂੰ ਪਤਾ, ਦੇਖੋ, ਸੇਵਾ ਕਰਨ ਵਾਸਤੇ ਵੀ ਤੁਹਾਡੇ ਪੱਲੇ ਕੁਝ ਹੋਣਾ ਚਾਹੀਦਾ। ਖਾਲੀ ਬੈਠੇ ਕਿਵੇਂ ਸੇਵਾ ਹੋਊਗੀ? ਤੁਸੀਂ ਸੇਵਾ ਕਰੋਗੇ ਤਾਂ ਹੀ ਕਰੋਗੇ ਜੇ ਤੁਹਾਡੇ ਕੋਲ ਕੁਝ ਹੈਗਾ। ਤਾਂ ਦੇਖੋ, ਇਹ ਨਹੀਂ ਗੱਲ ਹੈਗੀ ਕਿ ਇਹ ਫ੍ਰੀ ਦੇ ਵਿੱਚ ਸਾਰਾ ਕੁਝ ਕਰਦੇ ਨੇ। ਪੈਸੇ ਲੈਂਦੇ ਨੇ, ਇਹ ਪੈਸੇ ਇਹਨਾਂ ਕੋਲ ਆਉਂਦੇ ਨੇ। ਕਿੱਥੋਂ ਆਉਂਦੇ ਨੇ, ਬਸ ਉਹ ਗੱਲਾਂ ਆਪਾਂ ਸਿੱਖਣੀਆਂ ਨੇ। ਤੇ ਜਦੋਂ ਪੈਸੇ ਇਹਨਾਂ ਕੋਲ ਆਉਂਦੇ ਨੇ ਤੇ ਇਹਦੀ ਉਸੇ ਪੈਸੇ ਦੇ ਵਿੱਚੋਂ ਖਰਚਾ ਕਰਦੇ ਨੇ। ਦੇਖੋ, ਇੱਦਾਂ ਨਹੀਂ ਹੈਗਾ ਕਿ ਕੋਈ ਬੰਦਾ ਆਪਣੀ ਪਰਸਨਲ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਕੋਈ ਮਤਲਬ ਦਾਨ ਪੁੰਨ ਕਰ ਰਿਹਾ। ਇਹ ਉਹਦੀ ਇੰਡੀਵਿਜੂਅਲ ਪਰਸਨੈਲਿਟੀ ਦੀ ਗੱਲ ਹੈ। ਪਰ ਆਪਾਂ ਜਦੋਂ NPO ਦੀ ਗੱਲ ਕਰਦੇ ਹਾਂ, ਇਟ ਮੀਨਸ ਇਹ ਪੂਰੀ ਆਰਗੇਨਾਈਜੇਸ਼ਨ ਬਣੀ ਪਈ ਹੈ ਤੇ ਉਹ ਬਹੁਤ ਸੋਚ ਸਮਝ ਕੇ ਖਰਚਾ ਕਰ ਰਹੀ ਹੈ। ਸੋਚ ਸਮਝ ਕੇ ਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਇੱਕ ਤਰੀਕੇ ਨਾਲ ਕਿਤੋਂ ਇਨਕਮ ਵੀ ਹੋ ਰਹੀ ਹੋਏਗੀ, ਕਿਤੇ ਨਾ ਕਿਤੋਂ ਪਾਸੋਂ ਉਹਨਾਂ ਨੂੰ ਪੈਸੇ ਆ ਰਹੇ ਨੇ, ਤਾਂ ਹੀ ਉਹ ਪੇਮੈਂਟਸ ਕਰ ਰਹੇ ਨੇ। ਠੀਕ ਹੈ ਜੀ। ਹੁਣ ਪੈਸੇ ਆਉਂਦੇ ਕਿੱਥੋਂ ਨੇ? ਉਹ ਛੋਟੀ ਗੱਲਾਂ ਦੱਸਦਾ ਮੈਂ ਤੁਹਾਨੂੰ, ਸਟਾਰਟਿੰਗ ਜਿਹੀ ਵਾਲੀ ਗੱਲਾਂ। ਸਭ ਤੋਂ ਜਿਹੜਾ ਮੇਨ ਇਹਨਾਂ ਦਾ ਹੈਗਾ ਨਾ, ਸਭ ਤੋਂ ਜਿਹੜਾ ਜ਼ਰੂਰੀ ਵੀ ਪੈਸੇ ਆਉਂਦੇ ਕਿੱਥੋਂ ਨੇ, ਉਹ ਇੱਥੋਂ ਆਉਂਦੇ ਨੇ ਜੀ।
ਸਬਸਕ੍ਰਿਪਸ਼ਨ ਤੋਂ। मैं सिर्फ ਇਹਦਾ मीनिंग ਦੱਸਣ ਲੱਗਿਆ, मैं कोई एक्सप्लेनेशन ਵਾਧੂ ਦੀ ਲਿਖਣ ਨਹੀਂ ਲੱਗਿਆ। ਸਬਸਕ੍ਰਿਪਸ਼ਨ ਹੁੰਦੀ ਕੀ ਹੈ, ਮਾੜਾ ਜਿਹਾ ਆਰਾਮ ਨਾਲ ਸਮਝਿਓ। ਤੁਸੀਂ ਘਰੇ ਕੇਬਲ ਲਵਾਈ ਹੋਊਗੀ ਜਾਂ ਡਿਸ਼ ਲਵਾਈ ਹੋਵੇ, ਤੁਸੀਂ ਸ਼ਾਇਦ ਜਿਵੇਂ ਜੀਓ ਦਾ, ਏਅਰਟੈਲ ਦਾ ਜਾਂ ਵੋਡਾਫੋਨ ਆਈਡੀਆ ਵਗੈਰਾ ਕੁਛ ਪਲਾਨ ਵਗੈਰਾ ਲਏ ਹੋਣਗੇ। ਜਦੋਂ ਆਪਾਂ ਇੱਕ ਸਰਵਿਸ ਨੂੰ ਮਤਲਬ ਪਰਚੇਜ਼ ਕਰਦੇ ਹਾਂ, ਐਸੀ ਸਰਵਿਸ ਜਿਹੜੀ ਦੇ ਵਿੱਚ ਕੰਟੀਨਿਊਟੀ ਹੈ, ਸਪੈਸ਼ਲੀ ਜਿਵੇਂ ਮੈਂ ਕੇਬਲ ਦੀ ਸਰਵਿਸ ਮੈਂ ਲਵਾ ਲਈ, ਆਪਣੇ ਘਰੇ ਕੇਬਲ ਲਵਾ ਲਈ, ਤਾਂ ਤੁਹਾਨੂੰ ਪਤਾ ਮਹੀਨੇ ਬਾਏ ਮਹੀਨੇ ਮੈਨੂੰ ਪੈਸੇ ਦੇਣੇ ਪੈਣਗੇ। ਮੈਂ ਜੀਓ ਦਾ ਨੈੱਟ ਪਲਾਨ ਪਵਾਇਆ ਹੋਇਆ ਅਤੇ ਉਹਦੇ ਵਾਸਤੇ ਵੀ ਮੈਨੂੰ ਫਿਰ ਮਤਲਬ ਪੈਸੇ ਦੇਣੇ ਪੈਂਦੇ ਨੇ, ਠੀਕ ਹੈ। 3 ਮਹੀਨੇ ਦਾ ਰੀਚਾਰਜ ਵਗੈਰਾ ਚੱਲਦਾ ਰਹਿੰਦਾ ਆਪਣਾ। ਜਿਹੜਾ ਮੈਂ ਉਹ ਰੀਚਾਰਜ ਵਾਸਤੇ ਉਸ ਨੂੰ ਪੈਸੇ ਦੇ ਰਹੇ ਹਾਂ, ਸਿਰਫ ਇਸ ਕਰਕੇ ਦੇ ਰਹੇ ਹਾਂ ਕਿ ਮੇਰੀ ਸਬਸਕ੍ਰਿਪਸ਼ਨ ਬਣੀ ਰਹੇ ਉਹਨਾਂ ਦੀ ਕੰਪਨੀ ਦੇ ਵਿੱਚ। ਸਬਸਕ੍ਰਿਪਸ਼ਨ ਦਾ ਮਤਲਬ ਇਹੀ ਹੈ ਕਿ ਮੈਂ ਉਹਨਾਂ ਦਾ ਪਲਾਨ ਸਬਸਕ੍ਰਾਈਬ ਕਰ ਰੱਖਿਆ। ਇਹ ਵਰਡ ਸੁਣਿਆ ਹੋਣਾ ਕਿਤੇ ਤੁਸੀਂ, ਸਬਸਕ੍ਰਾਈਬ। ਚੈਨਲ ਸਬਸਕ੍ਰਾਈਬ ਕੀਤਾ, ਕਰ ਲਓ। ਜੀਓ ਦਾ ਪਲਾਨ ਸਬਸਕ੍ਰਾਈਬ ਕਰਨ ਲਈ ਚਾਹੇ ਮਹੀਨੇ ਦਾ ਚਾਹੇ 3 ਮਹੀਨੇ ਦਾ ਪੈਸੇ ਲੱਗਣਗੇ। ਕੇਬਲ ਦਾ ਪਲਾਨ ਸਬਸਕ੍ਰਾਈਬ ਕਰਨ ਲਈ, ਚਾਹੇ ਡਿਸ਼ ਟੀਵੀ ਵਾਲਾ ਸਬਸਕ੍ਰਾਈਬ ਕਰਨ ਲਈ ਪੈਸੇ ਲੱਗਣਗੇ। ਬਟ YouTube ਦਾ ਸਬਸਕ੍ਰਾਈਬ ਕਰਨ ਲਈ ਪੈਸੇ ਨਹੀਂ ਲੱਗਦੇ। ਕਰ ਲਓ ਯਾਰ। ਚਲੋ, ਕੰਮ ਦੀ ਗੱਲ ਇਹ ਹੈ ਕਿ ਸਬਸਕ੍ਰਾਈਬ ਕਰਨ ਦਾ ਮਤਲਬ ਕੀ ਹੁੰਦਾ ਹੈ। ਸਬਸਕ੍ਰਾਈਬ ਕਰਨ ਦਾ ਮਤਲਬ ਇਹ ਹੈ ਕਿ ਵੀ ਵਾਂਟ ਟੂ ਬਿਕਮ ਦਾ ਮੈਂਬਰ। ਆਪਾਂ ਉਹਨਾਂ ਦੇ ਮੈਂਬਰ ਬਣਨਾ ਚਾਹੁੰਦੇ ਹਾਂ। ਅਤੇ YouTube ਦੇ ਮੈਂਬਰ ਤੁਸੀਂ ਬੜੇ ਸੌਖੇ ਬਣ ਜਾਂਦੇ ਹੋ, ਸਬਸਕ੍ਰਾਈਬ ਦਾ ਬਟਨ ਦੱਬੋ, ਗੱਲ ਬਣ ਗਈ। ਪਰ ਤੁਸੀਂ ਜੇ ਜੀਓ ਦਾ ਮੈਂਬਰ ਬਣਨਾ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ। ਕੇਬਲ ਵਗੈਰਾ ਲਗਾਉਣੀ ਹੈ ਤਾਂ ਪੈਸੇ ਦੇਣੇ ਪੈਣਗੇ। ਗੱਲ ਇਹੀ ਹੈ ਕਿ ਅਗਰ ਆਪਾਂ ਕਿਸੇ NPO ਦਾ ਮੈਂਬਰ ਬਣਨਾ ਹੈ ਤਾਂ ਉਹਨਾਂ ਨੇ ਵੀ ਕੁਛ ਪਲਾਨਸ ਉਹਨਾਂ ਦੇ ਹੁੰਦੇ ਨੇ, ਕੁਛ ਆਪਣੇ ਹਿਸਾਬ ਨਾਲ ਉਹਨਾਂ ਨੇ ਫੀਸ ਰੱਖੀ ਹੁੰਦੀ ਹੈ ਸਬਸਕ੍ਰਿਪਸ਼ਨ ਵਾਸਤੇ। 3 ਮਹੀਨੇ ਦੀ ਸਬਸਕ੍ਰਿਪਸ਼ਨ, 6 ਮਹੀਨੇ ਦੀ, ਸਾਲ ਦੀ, ਕੋਈ ਕੁਆਟਰਲੀ ਫੀਸ ਦੇ ਰਿਹਾ ਹੈ, ਕੋਈ ਮੰਥਲੀ ਸਬਸਕ੍ਰਿਪਸ਼ਨ ਦੇ ਰਿਹਾ ਹੈ, ਕੋਈ ਈਅਰਲੀ ਸਬਸਕ੍ਰਿਪਸ਼ਨ ਦੇ ਰਿਹਾ ਹੈ। ਮੁੱਕਦੀ ਗੱਲ ਇਹ ਹੈ ਕਿ ਜਿਵੇਂ ਸਪੋਜ਼ ਕਰੋ ਕੋਈ ਕਲੱਬ ਹੈ, ਕੋਈ ਕਲੱਬ, ਠੀਕ ਹੈ, ਉਹ ਕਲੱਬ ਦੇ ਵਿੱਚ 500 ਮਤਲਬ ਹੈਗੇ ਨੇ ਉਹਨਾਂ ਦੇ ਮੈਂਬਰਸ ਨੇ, 500 ਮੈਂਬਰਸ। ਗੱਲ ਇੱਦਾਂ ਹੈ ਜੀ, ਉਹ 500 ਮੈਂਬਰ ਇਸ ਕਰਕੇ ਮੈਂਬਰ ਨੇ ਬਿਕੋਜ਼ ਦੇ ਹੈਵ ਅਡੋਪਟਡ ਦਾ ਸਬਸਕ੍ਰਿਪਸ਼ਨ। ਵੀ ਉਹਨਾਂ ਨੇ ਸਬਸਕ੍ਰਿਪਸ਼ਨ ਲੈ ਰੱਖੀ ਹੈ, ਉਹ ਸਬਸਕ੍ਰਾਈਬ ਉਹਨਾਂ ਨੇ ਪਲਾਨ ਕੀਤਾ ਹੋਇਆ, ਉਹ ਪੇਮੈਂਟ ਕਰ ਰਹੇ ਨੇ। ਸਪੋਜ਼ ਕਰੋ ਈਅਰ ਦੇ ਹਿਸਾਬ ਨਾਲ 1000 ਰੁਪਏ ਸਬਸਕ੍ਰਿਪਸ਼ਨ ਹੈ। ਇੱਕ ਬੰਦੇ ਤੋਂ ਉਹ 1000 ਰੁਪਏ ਲੈਂਦੇ ਨੇ 1 ਸਾਲ ਦਾ, ਕਲੱਬ ਦਾ ਮੈਂਬਰ ਬਣਿਆ ਰਹਿਣ ਵਾਸਤੇ। ਤਾਂ ਤੁਸੀਂ ਸੋਚ ਕੇ ਦੇਖੋ ਉਹਨਾਂ ਕੋਲ ਕਿੰਨੇ ਪੈਸੇ ਇਕੱਠੇ ਹੋ ਜਾਣਗੇ ਐਟ ਦੀ ਐਂਡ ਆਫ ਦੀ ਈਅਰ। 500 × 1000 5 ਲੱਖ ਰੁਪਏ ਇਕੱਠਾ ਹੋ ਗਿਆ। ਤਾਂ ਮੋਟੇ ਤੌਰ 'ਤੇ ਜਿਹੜਾ ਉਹਨਾਂ ਦਾ ਰੈਵਨਿਊ ਮਤਲਬ ਨੇਚਰ ਦੀ ਰਿਸੀਟਸ ਹੁੰਦੀਆਂ ਨੇ ਨਾ, ਵੀ ਉਹਨਾਂ ਦਾ ਜਿਹੜਾ ਲਗਾਤਾਰ ਪੈਸਾ ਆਉਂਦਾ ਕਿਸੇ NPO ਨੂੰ, ਉਹ ਆਉਂਦਾ ਸਬਸਕ੍ਰਿਪਸ਼ਨ ਤੋਂ। ਇਹ ਉਵੇਂ ਹੀ ਹੈ ਜਿਵੇਂ ਤੁਹਾਡੇ ਸਕੂਲ ਦੀ ਫੀਸ ਹੈ, ਤੁਸੀਂ ਮੰਥਲੀ ਫੀਸ ਪੇ ਕਰਦੇ ਹੋ, ਕੁਆਟਰਲੀ ਕਰਦੇ ਹੋ, ਜਾਂ ਕੋਈ 6 ਮਹੀਨੇ ਵਾਸਤੇ ਕਰ ਰਿਹਾ, ਜਿਵੇਂ ਵੀ ਹੈ, ਉਹ ਉਵੇਂ ਹੀ ਹੈ ਜਿਵੇਂ ਆਪਣੀ ਸਬਸਕ੍ਰਿਪਸ਼ਨ ਹੈ NPO ਵਾਸਤੇ। ਇਸ ਤੋਂ ਇਲਾਵਾ ਵੀ ਪੈਸੇ ਮਿਲਦੇ ਨੇ। ਕਿੱਥੇ ਮਿਲਦੇ ਨੇ ਥੋੜ੍ਹਾ ਜਿਹਾ ਦੱਸਦਾ, ਜ਼ਿਆਦਾ ਨਹੀਂ ਮੈਂ ਦੱਸਦਾ, ਡਿਟੇਲ ਆਪਾਂ ਬਾਅਦ 'ਚ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ। ਫਿਲਹਾਲ ਤੁਹਾਨੂੰ ਹਲਕੀਆਂ ਫੁਲਕੀਆਂ ਗੱਲਾਂ ਦੱਸਣੀਆਂ ਨੇ। ਡੋਨੇਸ਼ਨਸ ਮਿਲ ਜਾਂਦੀਆਂ ਨੇ ਯਾਰ ਉਹਨਾਂ ਨੂੰ। ਡੋਨੇਸ਼ਨਸ ਮਤਲਬ ਦਾਨ ਪੁੰਨ, ਸਿੱਧੀ ਜਿਹੀ ਗੱਲ ਹੈ, ਦਾਨ ਪੁੰਨ ਮਿਲਦੇ ਨੇ। ਦਾਨ ਪੁੰਨ ਦਾ ਚੱਕਰ ਹੈ ਬਸ ਇੱਕ। ਕਈ ਵਾਰ ਲੋਕ ਤੁਹਾਨੂੰ ਪਤਾ ਬੜੇ ਦਾਨੀ ਸੱਜਣ ਹੁੰਦੇ ਨੇ, ਕਈ ਵਾਰ ਦਾਨੀ ਸੱਜਣ ਇੰਨੇ ਨਹੀਂ ਵੀ ਹੁੰਦੇ। ਕਈ ਲੋਕ ਅਗਰ ਤਾਂ ਕੋਈ ਬਹੁਤ ਵੱਡਾ ਦਾਨੀ ਸੱਜਣ ਹੈ ਜਿਹਨੇ ਲੱਖ ਰੁਪਇਆ ਦੇਤਾ, 10 ਲੱਖ ਦੇਤਾ, ਬਹੁਤ ਸੋਹਣੀ ਅਮਾਊਂਟ ਦੇਤੀ, ਜ਼ਿਆਦਾ ਕੋਈ ਵਧੀਆ ਅਮਾਊਂਟ ਦੇ ਦਿੱਤੀ ਹੈ, ਤਾਂ ਜ਼ਿਆਦਾਤਰ ਜਿਹੜੀ ਵੱਡੀ ਅਮਾਊਂਟ ਨੋਰਮਲੀ ਕੋਈ ਬੰਦਾ ਵੱਡੀ ਅਮਾਊਂਟ ਦਿੰਦਾ ਵੀ ਭਾਈ ਤੁਸੀਂ ਕਲੱਬ ਦੇ ਨਾਲ ਕੋਈ ਗਰਾਊਂਡ ਵਗੈਰਾ ਬਣਾ ਲਓ, ਕਲੱਬ ਦੇ ਨਾਲ ਕੁਛ ਐਸੀ ਚੀਜ਼ ਬਣਾ ਲਓ, ਕੁਛ ਕੰਸਟਰਕਟ ਕਰ ਲਓ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ। ਤਾਂ ਅਗਰ ਕੋਈ ਐਸੀ ਵੱਡੀ ਅਮਾਊਂਟ ਆਉਂਦੀ ਹੈ ਉਹਨਾਂ ਨੂੰ, ਤਾਂ ਫਿਰ ਉਹ ਉਸ ਨੂੰ ਸਪੈਸੀਫਿਕ ਡੋਨੇਸ਼ਨ ਗਿਣਦੇ ਨੇ। ਸਪੈਸੀਫਿਕ ਵੀ ਖਾਸ ਤਰ੍ਹਾਂ ਦੀ ਡੋਨੇਸ਼ਨ ਹੈ ਜੀ, ਖਾਸ ਤਰ੍ਹਾਂ ਦੀ ਡੋਨੇਸ਼ਨ। ਅਗਰ ਕੋਈ ਛੋਟੀ ਮੋਟੀ ਅਮਾਊਂਟ ਆਉਂਦੀ ਹੈ, ਕੁਛ ਇੰਨਾ ਉਹਦੇ ਨਾਲ ਖਾਸ ਸਪੈਸੀਫਿਕ ਨਹੀਂ ਹੁੰਦਾ ਗੱਲਬਾਤ, ਤਾਂ ਉਸਨੂੰ ਆਪਾਂ ਕਹਿ ਦਿੰਦੇ ਹਾਂ ਜਨਰਲ ਡੋਨੇਸ਼ਨ ਹੈ। ਠੀਕ ਹੈ, ਫਿਲਹਾਲ ਦੀ ਘੜੀ ਤੱਕ ਬਸ ਤੁਹਾਨੂੰ ਇੰਨੀਆਂ ਗੱਲਾਂ ਸਮਝਾਉਣੀਆਂ ਸੀ ਮੈਂ। ਡੀਪਲੀ ਚੱਲਦੇ ਹਾਂ, ਕਾਹਲੀ ਨਹੀਂ ਕਰਨੀ,
थोड़ा जिहा बस जावांगे डीपली, ज़्यादा नहीं जावांगे। ਜਿਹੜੇ अकाउंटिंग ਦੇ ਕੰਮ ਨੇ ਉਹਦੇ ਬਾਰੇ ਤੁਹਾਨੂੰ मैं बात ਦੱਸਦਾ। फिलहाल ਤੁਹਾਨੂੰ ਇੰਨੀਆਂ ਗੱਲਾਂ समझ आ गई ਹੋਣੀਆਂ, ठीक है जी। ਅੱਗੇ ਆਉਂਦੇ ਹਾਂ ਥੋੜਾ ਜਿਹਾ। ਹੋਰ ਤੁਹਾਡੇ ਵਾਸਤੇ ਕੰਮ ਦੀ ਗੱਲ ਕੀ ਦੱਸੀ ਜਾ ਸਕਦੀ ਹੈ ਇਹਦੇ ਵਿੱਚ? ਹਾਂ, ਜਿਹੜੇ NPO ਦੇ ਵਿੱਚ ਜਿਹੜੇ ਅਕਾਊਂਟ ਬਣਦੇ ਨੇ, ਥੋੜਾ ਬਹੁਤਾ ਉਹਦੇ ਬਾਰੇ ਗੱਲ ਕਰ ਲਈਏ ਵੀ ਫਾਈਨਲ ਅਕਾਊਂਟਸ ਦਾ ਕੀ ਚੱਕਰ ਹੈ, ਵੀ ਕਿਸ ਹਿਸਾਬ ਦੇ ਕੀ ਬਣਦਾ। ਇੱਕ ਤਾਂ ਆਪਾਂ ਨੂੰ ਚਾਹੀਦਾ ਜੀ ਰਿਸੀਟਸ ਐਂਡ ਪੇਮੈਂਟਸ ਅਕਾਊਂਟ। ਇੱਕ ਤਾਂ ਆਪਾਂ ਨੂੰ ਆ ਚੀਜ਼ ਚਾਹੀਦੀ ਹੋਏਗੀ, ਰਿਸੀਟਸ ਐਂਡ ਪੇਮੈਂਟਸ ਅਕਾਊਂਟ। दूसरा है इनकम एंड एक्सपेंडिचर अकाउंट। हुण माड़ा जिहा ध्यान नाल कुछ गल्लां समझ लिओ। रिसीट एंड पेमेंट पहले मैं इन्ने के बारे गल कर लवां, नहीं फिर जे मैं ज़्यादा लिखता फिर मैं नहीं, मैं एक लिख ही देवां। एक बस लास्ट चीज़ है, कोई नहीं टेंशन वाली गल नहीं हैगी। एक हैगी लास्ट अपनी बैलेंस शीट। लास्ट ईयर ਤੁਹਾਨੂੰ याद होएगा ਤੁਸੀਂ ट्रेडिंग अकाउंट ਬਣਾਉਂਦੇ ਸੀਗੇ, ਤੁਸੀਂ प्रॉफिट एंड लॉस अकाउंट ਬਣਾਉਂਦੇ ਸੀਗੇ, ਤੁਸੀਂ बैलेंस शीट ਬਣਾਉਂਦੇ ਸੀਗੇ। ਆ ਤਿੰਨ ਚੀਜ਼ਾਂ ਬਣਾਈਆਂ ਸੀ फाइनल अकाउंट 'ਚ। ਫਿਲਹਾਲ ਆ ਤਿੰਨ ਚੀਜ਼ਾਂ ਬਣਾਵਾਂਗੇ ਜੀ। ਤੇ ਪਹਿਲਾਂ ਇਹਦੇ ਬਾਰੇ ਸੁਣ ਲਓ, ਫਿਰ ਆਪਾਂ ਬਾਕੀਆਂ ਬਾਰੇ ਆਰਾਮ ਨਾਲ ਗੱਲ ਕਰਦੇ ਹਾਂ। ਰਿਸੀਟ ਐਂਡ ਪੇਮੈਂਟ ਅਕਾਊਂਟ ਕੀ ਹੈ? ਸਮਰੀ ਹੁੰਦੀ ਹੈ ਇੱਕ ਤਰੀਕੇ ਦੀ ਆਫ ਕੈਸ਼ ਰਿਸੀਟਸ ਐਂਡ ਪੇਮੈਂਟਸ। मतलब ਤੁਸੀਂ ਪੂਰੇ ਸਾਲ ਦੇ ਵਿੱਚ ਕਿੰਨਾ ਕੁ ਤੁਹਾਨੂੰ ਪੈਸਾ ਮਿਲਿਆ, ਕਿੱਥੇ ਕਿੱਥੇ ਤੁਸੀਂ ਪੇਮੈਂਟ ਕੀਤੀ, ਕੈਸ਼ ਦਿੱਤਾ। ਹੁਣ ਗੱਲ ਮੇਰੀ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਇੱਥੇ ਇਹ ਟੈਨਸ਼ਨ ਨਹੀਂ ਲੈ ਰਹੇ, ਅਗਰ ਸਪੋਜ਼ ਕਰੋ ਮੈਨੇ ਕੋਈ ਖਰਚਾ ਕੀਤਾ, ਧਿਆਨ ਨਾਲ ਸੁਣਿਓ, ਮੈਨੇ ਕੋਈ ਖਰਚਾ ਕੀਤਾ, ਉਹ ਖਰਚਾ ਜਿਵੇਂ ਬਿਜਲੀ ਦਾ ਬਿੱਲ ਭਰਿਆ ਮੈਨੇ, ਮੇਰੇ ਇਸ ਸਾਲ ਦਾ ਬਿਜਲੀ ਦਾ ਬਿੱਲ ਸੀਗਾ, ਮੈਂ ਭਰਤਾ, ਉਹਦੀ ਗੱਲ ਇਹਦੇ ਵਿੱਚ ਕਰਾਂਗੇ ਆਪਾਂ। ਕਈ ਵਾਰ ਤੁਹਾਨੂੰ ਪਤਾ ਆਪਾਂ ਨੂੰ ਇੰਨਾ ਚੋ ਚੜ ਜਾਂਦਾ, ਪੈਸਾ ਵਾਧੂ ਆ ਜਾਂਦਾ, ਆਪਾਂ ਅਗਲੇ ਸਾਲ ਵਾਸਤੇ ਵੀ ਖਰਚਾ ਹੁਣੇ ਕਰ ਦਿੰਦੇ ਹਾਂ, ਜਿਹਨੂੰ ਆਪਾਂ ਬੋਲਦੇ ਹਾਂ, ਕੀ ਬੋਲਦੇ, ਪ੍ਰੀਪੇਡ ਐਕਸਪੈਂਸ। ਉਸ ਨੂੰ ਵੀ ਇਹਦੇ ਵਿੱਚ ਲਿਖਿਆ ਜਾ ਸਕਦਾ, ਕਿਉਂਕਿ ਸਿੱਧੀ ਜਿਹੀ ਗੱਲ ਹੈ ਵੀ ਕੈਸ਼ ਤਾਂ ਗਿਆ ਹੈ, ਤਾਂ ਇਹਦੇ ਵਿੱਚ ਆਪਾਂ ਉਸ ਨੂੰ ਮੈਂਸ਼ਨ ਕਰ ਸਕਦੇ ਹਾਂ। ਕੋਈ ਐਸਾ ਵੀ ਖਰਚਾ ਹੋ ਸਕਦਾ ਜਿਹੜਾ ਪਿਛਲੇ ਸਾਲ ਦਾ ਹੋਵੇ ਤੇ ਆਪਾਂ ਹੁਣ ਕੀਤਾ, ਤਾਂ ਉਸ ਨੂੰ ਵੀ ਆਪਾਂ ਇਸ 'ਚ ਮੈਂਸ਼ਨ ਕਰ ਸਕਦੇ ਹਾਂ ਜੀ। ਮੁੱਖ ਦੀ ਗੱਲ ਇਹ ਹੈ, ਜਿੰਨੇ ਵੀ ਤੁਹਾਡੇ ਖਰਚੇ ਜਾਂ ਜਿੰਨੇ ਵੀ ਤੁਹਾਡੀ ਰਿਸੀਟਸ ਹੋਣ, ਕਿਤੋਂ ਪੈਸੇ ਮਿਲੇ ਵੀ ਨੇ, ਜਿਵੇਂ ਕਿ ਸਬਸਕ੍ਰਿਪਸ਼ਨ ਦੇ ਪੈਸੇ ਮਿਲੇ ਨੇ, ਕੋਈ ਬੰਦਾ ਡੋਨੇਸ਼ਨ ਫੜਾ ਗਿਆ, ਕੋਈ ਗਵਰਨਮੈਂਟ ਵੱਲੋਂ ਗ੍ਰਾਂਟ ਵੀ ਆਉਂਦੀ ਹੁੰਦੀ ਹੈ। ਇਹਦੇ ਬਾਰੇ ਗੱਲਾਂ ਵਿੱਚ ਤੁਹਾਨੂੰ ਬਾਅਦ 'ਚ ਪੂਰੇ ਡਿਟੇਲ ਦੱਸਾਂਗੇ, ਟੈਨਸ਼ਨ ਨਾ ਲਓ। ਫਿਲਹਾਲ ਦੀ ਕੜੀ ਬਸ ਮੈਂ ਤੁਹਾਨੂੰ ਇਹ ਦੱਸ ਰਿਹਾ, ਰਿਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਜਿੰਨਾ ਵੀ ਪੈਸੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ, ਪੈਸਾ ਗਿਆ, ਪੈਸਾ ਆਇਆ, ਸਾਲ ਦੌਰਾਨ, ਚਾਹੇ ਉਹ ਪਿਛਲੇ ਸਾਲ ਨਾਲ ਰਿਲੇਟਡ ਸੀ, ਚਾਹੇ ਉਹ ਅਗਲੇ ਸਾਲ ਨਾਲ ਰਿਲੇਟਡ ਸੀ, ਸਾਰਾ ਦਾ ਸਾਰਾ ਆਪਾਂ ਪਾਵਾਂਗੇ ਰਿਸੀਟ ਐਂਡ ਪੇਮੈਂਟ ਅਕਾਊਂਟ 'ਚ। ਗੱਲ ਖਤਮ, ਬਸ ਇੰਨੀ ਗੱਲ ਹੈ। ਤੇ ਮੁੱਖ ਦੀ ਗੱਲ ਇਹ ਹੈ, ਬੱਚੇ ਅਕਸਰ ਪੁੱਛਦੇ ਨੇ ਵੀ ਇਹਨੂੰ ਬਣਾਉਣ ਦੀ ਲੋੜ ਕੀ ਹੈ, ਕਿਉਂਕਿ ਆਪਣੇ ਕੋਲ ਕੈਸ਼ ਬੁੱਕ ਹੁੰਦੀ ਹੈ ਆਲਰੇਡੀ, ਕੈਸ਼ ਅਕਾਊਂਟ ਦੇ ਵਿੱਚ ਵੀ ਤਾਂ ਕੁਝ ਕੀਤਾ ਜਾ ਹੀ ਸਕਦਾ। ਗੱਲ ਇਹ ਹੈ ਜੀ, ਸਬਸਕ੍ਰਿਪਸ਼ਨ ਦੀ ਐਗਜ਼ਾਮਪਲ ਲਓ। ਸਬਸਕ੍ਰਿਪਸ਼ਨ ਦੀ ਐਗਜ਼ਾਮਪਲ ਮੈਂ ਤੁਹਾਨੂੰ ਹੁਣੇ ਦੱਸਿਆ ਵੀ 500 ਮੈਂਬਰ ਸੀਗੇ ਤੇ ਹਰੇਕ ਬੰਦੇ ਤੋਂ 1000 ਰੁਪਇਆ ਲੈ ਰਹੇ ਨੇ। ਤੁਹਾਨੂੰ ਪਤਾ ਨਾਲੇ ਇੰਨਾ ਕੋਈ ਮਤਲਬ ਹੈ ਨਹੀਂ ਗੱਲਬਾਤ ਕਿ ਇੱਕ ਆਪਾਂ ਪਰਟੀਕੂਲਰ ਡੇ ਫਿਕਸ ਕਰ ਲਈਏ ਤੇ ਆਪਾਂ ਸਾਰੇ ਲੋਕਾਂ ਨੂੰ ਕਹੀਏ ਵੀ ਭਾਈ ਉਸ ਦਿਨ ਪੈਸੇ ਫੜਾ ਜਿਓ। ਤੁਹਾਨੂੰ ਲੱਗਦਾ ਵੀ ਸਾਰੇ ਉਸ ਦਿਨ ਪੈਸੇ ਫੜਾ ਕੇ ਜਾਣਗੇ? ਕਦੇ ਨਹੀਂ ਹੁੰਦਾ। ਤਾਂ ਤੁਹਾਨੂੰ ਜਿਹੜੀ ਸਬਸਕ੍ਰਿਪਸ਼ਨ ਦੇ ਪੈਸੇ ਮਿਲਦੇ ਨੇ, ਕਦੇ किस टाइम मिल रहा है, कोई किस टाइम मिल रहा है, कदे किस टाइम पैसे मिल रहे हैं, सारा साल मिलते जाते हैं। तो सबसक्रिप्शन दी एंट्रीज ढेर लग जांदियां ने कैशबुक दे विच, कैश अकाउंट दे विच बहुत ढेर लग जांदियां ने। हुण गल ये है कि रिसीट एंड पेमेंट अकाउंट दे विच जिहड़ा आपां सबसक्रिप्शन लिखांगे, बस एक बार लिखांगे जी, वार वार वाला नहीं, वो सारे साल की जिहड़ी टोटल सबसक्रिप्शन मिली है ਉਹਦੀਆਂ ਬਸ ਆਪਾਂ ਇੱਥੇ ਅਮਾਊਂਟ ਲਿਖ ਦੇਵਾਂਗੇ। ਸਪੋਜ਼ ਕਰੋ ਜਿਵੇਂ 5 ਲੱਖ ਸੀਗੀ, ਤਾਂ 5 ਦਾ 5 ਲੱਖ ਪੂਰਾ ਸਿੱਧਾ ਇੱਥੇ ਲਿਖ ਦਿੱਤਾ, ਅਗਰ 5 ਲੱਖ ਮਿਲ ਗਿਆ ਹੋਵੇ, ਠੀਕ ਹੈ। ਤਾਂ ਫਾਇਦਾ ਇਹੀ ਹੈ ਕਿ ਰਿਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਇੱਕ ਬਰੀਫ ਆਪਾਂ ਕਹੀਏ, ਬਰੀਫ ਤੇ ਮਤਲਬ ਛੋਟੇ ਰੂਪ ਦੇ ਵਿੱਚ ਪੂਰੇ
ਕੈਸ਼ ਸਮਰੀ ਹੁੰਦੀ ਹੈ ਕਿ ਕਿੱਥੋਂ ਤੁਹਾਡਾ ਪੂਰਾ ਕੈਸ਼ ਆਇਆ ਤੇ ਕਿੱਥੇ ਤੁਹਾਡਾ ਕੈਸ਼ ਗਿਆ। ਅਗਲੀ ਹੈ ਗੱਲ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ। ਜ਼ਿਆਦਾ ਟੈਨਸ਼ਨ ਲੈਣਾ, ਬਸ ਛੋਟੀ ਜਿਹੀ ਗੱਲ ਕਰਾਂਗੇ। ਇਨਕਮ, ਜਿੱਥੇ ਤੁਹਾਨੂੰ ਇਨਕਮ ਹੁੰਦੀ ਪਈ ਹੈ, ਜਿਹੜੇ ਤੁਹਾਨੂੰ ਐਕਸਪੈਂਡੀਚਰ, ਜਿਹੜੇ ਤੁਹਾਡੇ ਖਰਚੇ ਨੇ, ਉਹ ਸਾਰੇ ਦੇ ਸਾਰੇ ਇਹਦੇ ਵਿੱਚ ਆਉਣਗੇ। ਹੁਣ ਤੁਸੀਂ ਮੇਨ ਕੁਐਸਚਨ ਬੱਚਾ ਇਹ ਪੁੱਛਦਾ ਵੀ ਸਰ ਜੀ ਫਰਕ ਕੀ ਪੈ ਗਿਆ? ਉੱਥੇ ਵੀ ਤਾਂ ਦੇਖੋ ਰਸੀਟ ਦਾ ਮਤਲਬ ਇਹੀ ਹੈ ਕਿ ਵੀ ਇਨਕਮ ਹੋਈ ਹੋਊਗੀ ਤਾਂ ਹੀ ਪੈਸੇ ਆਏ ਨੇ। ਪੇਮੈਂਟ ਦਾ ਮਤਲਬ ਇਹੀ ਹੈ ਵੀ ਖਰਚਾ ਹੋਇਆ ਹੋਊਗਾ ਤਾਂ ਹੀ ਖਰਚਾ ਕੀਤਾ ਹੈ, ਪੇਮੈਂਟ ਕੀਤੀ ਹੈ। ਫਿਰ ਇਹਨੂੰ ਅਲੱਗ ਬਣਾਉਣ ਦੀ ਕੀ ਲੋੜ ਹੈ? ਗੱਲ ਮੇਰੀ ਧਿਆਨ ਨਾਲ ਸੁਣ ਲਓ। ਇਸ ਬਣਾਉਣਾ ਹੈ ਇੱਕ ਤਰੀਕੇ ਨਾਲ, ਇਹ ਆਲਟਰਨੇਟ ਹੈ ਜਿਹੜਾ ਪਿਛਲੇ ਸਾਲ ਬਣਾਇਆ ਸੀ ਪ੍ਰੋਫਿਟ ਐਂਡ ਲੋਸ ਅਕਾਊਂਟ। ਕਿਉਂਕਿ ਇਹਦੇ ਵਿੱਚ ਸਿਰਫ ਤੇ ਸਿਰਫ ਰੈਵਨਿਊ ਨੇਚਰ ਦੀਆਂ ਆਈਟਮਸ ਆਉਣਗੀਆਂ। ਠੀਕ ਹੈ ਜੀ, ਰੈਵਨਿਊ ਨੇਚਰ ਦੀਆਂ, ਉਹ ਵੀ ਕਰੰਟ ਈਅਰ ਨਾਲ ਰਿਲੇਟਡ ਆਉਣਗੀਆਂ। ਮਤਲਬ ਅਗਰ ਪ੍ਰੀਪੇਡ ਆਪਾਂ ਨੇ ਸਪੋਜ਼ ਕਰੋ ਖਰਚਾ ਕਰਤਾ, ਪ੍ਰੀਪੇਡ ਕੀਤਾ ਆਪਾਂ ਨੇ ਕੁਛ ਵੀ, ਪਹਿਲਾ ਅਮਾਊਂਟ ਦੇਤੀ ਆਪਾਂ ਨੇ। ਦੇਖੋ ਸਪੋਜ਼ ਕਰੋ ਮੈਨੇ 15,000 ਦਾ ਰੈਂਟ ਦਿੱਤਾ, 15,000 ਦੇ ਰੈਂਟ ਚੋਂ 3,000 ਦਾ ਰੈਂਟ ਇਸ ਸਾਲ ਨਾਲ ਰਿਲੇਟਡ ਨਹੀਂ ਸੀਗਾ। ਉਹ ਮੈਨੂੰ ਕਿਰਾਏਦਾਰ ਨੇ ਕਿਹਾ ਕਿ ਵੀ ਮੈਨੂੰ ਪੈਸੇ ਥੋੜ੍ਹੇ ਐਕਸਟਰਾ ਚਾਹੀਦੇ ਨੇ, ਤਾਂ ਮੈਂ 3,000 ਐਕਸਟਰਾ ਦੇਤਾ ਉਹਨੂੰ। ਪਰ ਉਹ 3,000 ਤੁਸੀਂ ਇੱਥੇ ਸ਼ੋਅ ਨਹੀਂ ਕਰਨਾ, ਤੁਸੀਂ 3,000 ਮਾਈਨਸ ਕਰਕੇ 12,000 ਸ਼ੋਅ ਕਰੋਗੇ। ਜਿਵੇਂ ਆਪਾਂ ਪਿਛਲੇ ਸਾਲ ਪ੍ਰੋਫਿਟ ਐਂਡ ਲੋਸ ਅਕਾਊਂਟਸ ਕਰਦੇ ਸੀ ਕਿ ਜਿਹੜੇ ਪ੍ਰੀਪੇਡ ਆਈਟਮਸ ਹੈ ਉਹਨਾਂ ਨੂੰ ਬਾਹਰ ਕੱਢ ਦਿਓ। ਐਵੇਂ ਹੀ ਅਗਰ ਕੋਈ ਆਊਟਸਟੈਂਡਿੰਗ ਚੀਜ਼ ਰਹਿ ਵੀ ਗਈ ਹੈ ਜਿਹੜੀ ਆਪਾਂ ਨਹੀਂ ਇਸ ਵਾਰ ਦੇ ਸਕੇ, ਉਹਨੂੰ ਇੱਥੇ ਐਡ ਕਰਦੇ ਹਾਂ, ਪ੍ਰੀਪੇਡ ਲੈਸ ਕਰਦੇ ਹਾਂ। ਗੱਲਾਂ ਸਾਰੀਆਂ ਉੱਦਾਂ ਹੀ ਨੇ ਜਿਹੜੀਆਂ ਪਿਛਲੇ ਸਾਲ ਸੀਗੀਆਂ। ਖਾਸ ਗੱਲ ਬਹੁਤ ਡੀਪ 'ਚ ਉਦੋਂ ਕਰਾਂਗੇ ਜਦੋਂ ਇਹ ਅਕਾਊਂਟ ਬਣਾਵਾਂਗੇ, ਬਟ ਸਪੈਸ਼ਲੀ ਮੈਂ ਇਹ ਦੱਸ ਰਿਹਾ ਇਹਦਾ ਤੇ ਇਹਦਾ ਫਰਕ ਇਹੀ ਸੀਗਾ। ਇਹਦੇ ਵਿੱਚ ਰੈਵਨਿਊ ਨੇਚਰ, ਕੈਪੀਟਲ ਨੇਚਰ, ਜੋ ਕੁਝ ਮਰਜ਼ੀ ਚਾਹੇ ਪਿਛਲੇ ਸਾਲ ਦੀ ਚਾਹੇ ਅਗਲੇ ਸਾਲ ਦੀ ਜੋ ਵੀ ਹੈ ਸਭ ਇਹਦੇ ਵਿੱਚ ਹੀ ਆ ਜੂਗੀ। ਬਟ ਇਹਦੇ ਵਿੱਚ ਸਪੈਸ਼ਲੀ ਆਈਟਮਸ ਉਹ ਆਉਣਗੀਆਂ ਵਿਚ ਆਰ ਰਿਲੇਟਡ ਟੂ ਕਰੰਟ ਈਅਰ, ਜਿਹੜੀਆਂ ਇਸ ਸਾਲ ਨਾਲ ਰਿਲੇਟਡ ਨੇ। ਤੇ ਬੈਲੈਂਸ ਸ਼ੀਟ ਤੁਹਾਨੂੰ ਪਤਾ ਹੀ ਹੈ, ਮੈਨੂੰ ਦੱਸਣ ਦੀ ਲੋੜ ਨਹੀਂ। ਬੈਲੈਂਸ ਸ਼ੀਟ 'ਚ ਦੋ ਹੀ ਚੀਜ਼ਾਂ ਆਉਂਦੀਆਂ ਨੇ, ਐਸੈਟਸ, ਇਧਰਲੇ ਪਾਸੇ ਲਾਇਬਿਲਿਟੀਜ਼, ਦੂਜੇ ਪਾਸੇ ਐਸੈਟਸ। ਬਸ ਆ ਗੱਲਾਂ ਨੇ। ਤੇ ਅੱਜ ਫਿਲਹਾਲ ਆਪਾਂ ਸਿਰਫ ਇੰਟਰੋਡਕਸ਼ਨ ਕੀਤੀ ਹੈ। ਮੈਂ ਅਰਦਾਸ ਕਰਦਾ ਹਾਂ ਕਿ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਜਲਦੀ ਲੈ ਕੇ ਆਵਾਂ। ਥੋੜ੍ਹੀ ਜਿਹੀ ਟਾਈਮਿੰਗ ਦੀ ਮੈਨੂੰ ਦਿੱਕਤ ਰਹਿੰਦੀ ਹੈ, ਬਿਜ਼ੀ ਸਕੈਜੂਲ ਚੱਲਦਾ ਰਹਿੰਦਾ, ਬਟ ਪੂਰੀ ਕੋਸ਼ਿਸ਼ ਕਰਾਂਗੇ ਕਿ NPO ਦੀ ਵੀਡੀਓ ਅਗਲੀ ਜਲਦੀ ਮਿਲੇ ਤੁਹਾਨੂੰ। ਚੰਗਾ ਜੀ, ਤੇ ਇਸ ਵੀਡੀਓ 'ਚ ਬਸ ਇੰਨਾ ਕੁ ਹੀ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਨੀਚੇ ਕਮੈਂਟ ਕਰਕੇ ਦੱਸਿਓ ਜੀ। ਬਾਕੀ ਸਾਡੀਆਂ ਹੋਰ ਵੀਡੀਓਜ਼ ਦੇ ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ। ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੱਧ ਤੋਂ ਵੱਧ ਪਲੀਜ਼ ਚੈਨਲ ਨੂੰ ਸ਼ੇਅਰ ਕਰਿਓ। ਤੇ ਅਗਰ ਤੁਸੀਂ ਮੇਰੇ ਕੰਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਨੀਚੇ Paytm ਨੰਬਰ ਦਿੱਤਾ ਹੋਇਆ। ਚੰਗਾ ਜੀ, ਸਤਿ ਸ਼੍ਰੀ ਅਕਾਲ।